ਜਿਸ ਦਿਨ ਅਸੀਂ ਟ੍ਰੇਨ ਨੂੰ ਗਏ ਆ ਤੇ ਜਦੋਂ ਅਸੀਂ ਟ੍ਰੇਨ ਦੀ ਵੇਟ ਕਰ ਰਹੇ ਸੀਗੇ, ਉਦੋਂ ਸਾਡੇ ਪਿੱਛੇ ਬੰਬ ਡਿੱਗ ਰਹੇ ਤੇ ਅਸੀਂ ਕੰਧ ਦੇ ਨਾਲ ਲੱਗ ਕੇ ਖੜੇ ਹੋਏ ਆ ਵੀ ਜੇ ਅੰਦਰ ਚਲ ਗਏ ਉਦੋਂ ਤੇ ਕੋਈ ਸਮਝ ਨਹੀਂ ਆਉਂਦਾ ਵੀ ਹੁਣ ਹੋ ਕੀ ਜਾਣਾ ਹੈ। ਕੀਵ ਚੋਂ ਟੱਪਣੀ ਸੀ ਤੇ ਉਹਨਾਂ ਨੇ ਪੂਰਾ ਹਨੇਰਾ ਕਰਤਾ ਟ੍ਰੇਨ 'ਚ, ਬਾਰੀਆਂ ਬੰਦ ਕਰਾਤੀਆਂ, ਫੋਨਸ ਵੀ ਇਵਨ ਕਿ ਟਾਰਚਿਸ ਨਹੀਂ ਚਲਾ। ਜਿੱਦਣ ਅਸੀਂ ਆਉਣਾ ਸੀ ਉਦੋਂ ਅਸੀਂ ਬਾਹਰ ਵੇਖ ਰਹੇ ਸੀ, ਉਹ ਸਾਰਾ ਉੱਡ ਚੁੱਕਿਆ ਸੀਗਾ। ਜਦੋਂ ਉਹ ਵੇਖਿਆ ਨਾ, ਉਹ ਵੇਖ ਕੇ ਬਹੁਤ ਹੋਇਆ ਵੀ ਇੱਥੇ ਤੇ ਅਸੀਂ ਰੋਜ਼ ਜਦੋਂ ਆਉਂਦੇ ਸੀ ਕਲਾਸਿਸ ਲੈਣ, ਕਿੰਨੇ ਨਿੱਕੇ ਨਿੱਕੇ ਬੱਚੇ ਵਿਖਾਉਂਦੇ ਸੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਰੂਸ ਤੇ ਯੂਕਰੇਨ ਦੀ ਜੋ ਲੜਾਈ ਚੱਲ ਰਹੀ ਹੈ, ਅਨੇਕਾਂ ਬੱਚੇ ਸੀ ਸਾਡੇ ਭਾਰਤ ਦੇ, ਹੋਰ ਵੀ ਦੇਸ਼ਾਂ ਦੇ ਸੀ ਜਿਹੜੇ ਉਸ ਲੜਾਈ ਦੇ ਵਿੱਚ ਉੱਥੇ ਫਸੇ ਸੀ ਵਿਚਾਰੇ। ਤੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਉਣ ਦਾ ਉਹਨਾਂ ਦਾ ਸਾਧਨ ਨਹੀਂ ਸੀ ਬਣ ਰਿਹਾ, ਤੇ ਉਹਨਾਂ ਬੱਚਿਆਂ ਦੇ ਵਿੱਚੋਂ ਕਾਫੀ ਬੱਚੇ ਸੀ ਜਿਹੜੇ ਉਹ ਸਾਡੇ ਪੰਜਾਬ ਦੇ ਸੀ। ਤੇ ਸਾਡੇ ਨਾਲ ਮਹਿਕ ਹੈ, ਬੱਚੀ ਸਾਡੇ ਜ਼ਿਲ੍ਹਾ ਸੰਗਰੂਰ ਦੀ, ਪਿੰਡ ਮੰਡਵੀ ਦੀ, ਜੋ ਕਿ ਕੱਲ੍ਹ ਹੀ ਉੱਥੋਂ ਆਏ ਨੇ ਯੂਕਰੇਨ ਤੋਂ। ਆਓ ਆਪਾਂ ਕਰਦੇ ਹਾਂ ਗੱਲਬਾਤ ਕਿ ਕਿੱਦਾਂ ਦੇ ਹਾਲਾਤ ਨੇ। ਹਾਂ ਮਹਿਕ ਬਾਈ, ਤੁਸੀਂ ਉੱਥੇ ਜਦੋਂ ਘਿਰੇ ਹੋ, ਉਸ ਤੋਂ ਪਹਿਲਾਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਪਤਾ ਸੀ ਕਾਫੀ ਬੱਚੇ ਨੇ ਜਿਹੜੇ ਉਹ ਪਹਿਲਾਂ ਆ ਗਏ ਸੀ, ਇਹ ਤੁਹਾਨੂੰ ਨਹੀਂ ਸੀ ਪਤਾ ਲੱਗਿਆ ਜੀ? ਸਰ, ਸਾਡੀ ਐਮਬੈਸੀ ਨੇ ਕੋਈ ਵੀ ਐਡਵਾਈਜ਼ਰੀ ਨਹੀਂ ਕੀਤੀ, ਨਾ ਉਹਨਾਂ ਨੇ ਕੁਝ ਕਿਹਾ ਵੀ ਤੁਸੀਂ ਜਾਓ ਨਾ ਜਾਓ। ਜਦੋਂ ਇੱਕ ਟੀਵੀ 'ਚ ਆਉਣ ਲੱਗਿਆ ਸੀ ਕਿ 16 ਤਰੀਕ ਨੂੰ ਰਸ਼ੀਆ ਨੇ ਹਮਲਾ ਕਰਨਾ ਹੈ, ਉਦੋਂ ਉਹਨਾਂ ਨੇ ਪਹਿਲੀ ਐਡਵਾਈਜ਼ਰੀ 15 ਤਰੀਕ ਨੂੰ ਸ਼ਾਮੀ ਜਾਰੀ ਕੀਤੀ ਵੀ ਜੇ ਤੁਸੀਂ ਚਾਹੋ, ਸਟੂਡੈਂਟਸ ਹੈ ਉਹ ਜਾ ਸਕਦੇ ਹੋ, ਕੋਈ ਮਜਬੂਰੀ ਨਹੀਂ ਕਿ ਟੈਂਪਰੇਰੀਲੀ ਜਾ ਸਕਦੇ ਹੋ। ਸਾਡੀ ਯੂਨੀਵਰਸਿਟੀ ਸਾਡੇ ਵੱਲ ਬਿਲਕੁਲ ਕਹਿ ਰਹੀ ਸੀ ਵੀ ਨਹੀਂ ਜਾਣਾ। ਸਾਡੇ ਜਿਹੜੇ ਉੱਥੇ ਏਜੰਟ ਸੀ ਉਹ ਵਾਰ-ਵਾਰ ਪਾ ਰਹੇ ਸੀ ਵੀ ਕੋਈ ਵਾਰ ਨਹੀਂ ਲੱਗਣੀ, ਕੋਈ ਜਾਣ ਦਾ ਫਾਇਦਾ ਨਹੀਂ, ਸਾਡੀ ਕਲਾਸਿਸ ਪੇ ਹੋ ਜਾਂਦੀਆਂ ਜੇ ਛੁੱਟੀ ਕਰੀਏ, ਤੇ ਵਾਰ-ਵਾਰ ਵੀ ਤੁਹਾਡੀ ਕਲਾਸਿਸ ਪੇ ਹੋ ਜਾਣਗੀਆਂ, ਲੜਾਈ ਵੀ ਨਹੀਂ ਲੱਗਣੀ, ਫਿਰ ਤੁਸੀਂ ਉੱਥੇ ਵੀ ਪੈਸੇ ਭਰੋਗੇ, ਟਿਕਟਾਂ ਵੀ ਲਓਗੇ, ਵੀ ਕੋਈ ਲੋੜ ਨਹੀਂ ਗੀ ਜਾਣ ਦੀ। ਸਾਰੇ ਇਹੋ ਕਰਦੇ ਰਹੇ ਵੀ ਜਾਣਾ ਹੀ ਨਹੀਂ ਗਾ, ਇੱਕ ਤਰ੍ਹਾਂ ਵਾਰ-ਵਾਰ ਵੀ ਨਾ ਜਾਓ ਨਾ ਜਾਓ ਨਾ ਜਾਓ। ਤਾਂ ਕਰਕੇ ਫਿਰ ਜਿੱਦਣ ਉਹਨਾਂ ਨੇ 21 ਤਰੀਕ ਨੂੰ ਕਿਹਾ ਵੀ ਅਸੀਂ ਕਲਾਸਿਸ ਆਨਲਾਈਨ ਕਰ ਸਕਦੇ ਹਾਂ, ਉਸ ਦਿਨ ਫਿਰ ਅਸੀਂ ਸਾਰਿਆਂ ਨੇ ਆਪਣੀ ਆਪਣੀ ਫਲਾਈਟਸ ਕਰਾਈਆਂ, ਪਰ ਇੱਕੋਦਮ ਸਾਰੇ ਕਰਾਉਣ ਲੱਗੇ। ਫਿਰ 26 27 28 ਉਵੇਂ ਮਿਲੀਆਂ, ਉਦੋਂ ਪਹਿਲਾਂ ਮਿਲ ਹੀ ਨਹੀਂ ਸੀ ਰਹੀਆਂ, ਨਹੀਂ ਤੇ ਅਸੀਂ ਵੀ ਆ ਜਾਂਦੇ ਜੇ ਪਤਾ ਹੁੰਦਾ ਵੀ ਲੱਗਣੀ ਹੈ। ਨਾ ਹੀ ਗਵਰਨਮੈਂਟ ਜੇ ਕਹਿੰਦੀ ਵੀ ਜਿਵੇਂ ਉਹਨਾਂ ਨੇ ਉਦਣ ਕਿਹਾ ਵੀ ਤੁਸੀਂ ਸ਼ਾਮ ਤੱਕ ਖਾਲੀ ਕਰੋ ਸ਼ਹਿਰ, ਜੋ ਪਹਿਲਾਂ ਕਹਿੰਦੇ ਤੇ ਪਹਿਲਾਂ ਵੀ ਤੇ ਅਸੀਂ ਫਲਾਈਟਸ ਕਰਾ ਕੇ ਆ ਹੀ ਜਾਂਦੇ। ਉਹ ਬਾਅਦ ਦੀਆਂ ਵੀ ਤਾਂ ਹੁਣ ਸਾਡੀ ਹੋਈਆਂ ਉਹ ਕਿਹੜਾ ਰਿਫੰਡ ਆ ਗਿਆ ਕੁਛ ਵੀ। ਤੇ ਉਸ ਤੋਂ ਬਾਅਦ ਫਿਰ ਜਦੋਂ ਉੱਥੋਂ ਇਹ ਲੜਾਈ ਸ਼ੁਰੂਆਤ ਹੋ ਗਈ, ਰੂਸ ਨੇ ਹਮਲੇ ਸ਼ੁਰੂ ਕਰ ਦਿੱਤੇ ਨੇ, ਫਿਰ ਤੁਸੀਂ ਆਪਣਾ ਬਚਾਅ ਜਿਹੜਾ ਉਹ ਕਿਵੇਂ ਕਰਿਆ, ਕਿਹੜੀ ਸਥਾਨ ਤੇ ਸੀ ਤੁਸੀਂ? ਜਦੋਂ ਲੜਾਈ ਸ਼ੁਰੂ ਹੋਈ ਹੈ ਸੁਬਾਹ ਬੰਬ ਡਿੱਗੇ ਹੈ, ਫਿਰ ਉਸ ਤੋਂ ਬਾਅਦ ਸਾਡੇ ਏਜੰਟਸ ਨੇ ਕਿਹਾ ਵੀ ਜੇ ਦੁਬਾਰਾ ਏਅਰ ਸਟ੍ਰਾਈਕਸ ਹੁੰਦੀਆਂ ਤੇ ਤੁਸੀਂ ਜਾਂ ਤਾਂ ਅੰਡਰਗਰਾਊਂਡ ਬੰਕਰਸ 'ਚ ਜਾਣਾ ਹੈ ਜਾਂ ਫਿਰ ਤੁਸੀਂ ਮੈਟਰੋਸ 'ਚ ਚਲ ਜਾਓ। ਤੇ ਫਿਰ ਮੈਜੋਰਿਟੀ ਇਹੀ ਸੀ ਵੀ ਤੁਸੀਂ ਮੈਟਰੋਸ 'ਚ ਚਲ ਜਾਓ, ਕਿਉਂਕਿ ਅੰਡਰਗਰਾਊਂਡ ਫਿਰ ਵੀ ਆਪਾਂ ਦੂਜੇ ਦੇਸ਼ 'ਚ ਹੁੰਦਾ। ਉਹ ਵੀ ਕਹਿ ਸਕਦੇ ਸੀ ਵੀ ਪਹਿਲਾਂ ਸਾਡੇ ਲੋਕੀ ਅੰਦਰ ਆਉਣਗੇ, ਜੇ ਥਾਂ ਹੁੰਦੀ ਤਾਂ ਅਸੀਂ ਤੁਹਾਨੂੰ ਰੱਖਾਂਗੇ। ਮੈਟਰੋ 'ਚ ਕਿ ਸਿਕਿਉਰਿਟੀ ਸੀ ਕਿ ਉੱਥੇ ਪੁਲਿਸ ਵੀ ਹੁੰਦੀ ਹੈ, ਨਾਲ ਨਾਲ 2 ਪੁਲਿਸ ਵਾਲੇ ਹੁੰਦੇ ਆ, ਤਾਂ ਕਰਕੇ ਫਿਰ ਅਸੀਂ ਸਾਰੇ ਮੋਸਟ ਮੈਜੋਰਿਟੀ ਸਟੂਡੈਂਟਸ ਮੈਟਰੋਸ 'ਚ ਹੀ ਗਏ ਸੀਗੇ। ਤੇ ਅੰਡਰਗਰਾਊਂਡ 2 ਫਲੋਰਸ ਨੀਚੇ ਹੁੰਦੀ ਹੈ ਤੇ ਉੱਥੇ ਫਿਰ ਇਹ ਬੈਨੀਫਿਟ ਸੀ ਰਹਿਣ ਦਾ, ਤੇ 5 ਦੇ 5 ਦਿਨ ਅਸੀਂ ਉੱਥੇ ਹੀ ਰਹੇ ਹਾਂ। ਜੀ। ਹਾਂਜੀ, ਤੇ ਇਹ ਕਿੰਨੇ ਬੱਚੇ ਸੀ ਤੁਸੀਂ ਸਾਰੇ? ਸਾਡੇ ਆਪਣੇ ਮੈਟਰੋ ਸਟੇਸ਼ਨ 'ਚ ਅਪਰੋਕਸ 50 60 ਸਟੂਡੈਂਟਸ ਸੀਗੇ, ਤੇ ਖਾਰਕਿਵ ਦੇ ਵਿੱਚ ਉਸ ਟਾਈਮ ਤੇ 3000 ਪਲੱਸ ਇੰਡੀਅਨ ਸਟੂਡੈਂਟਸ ਸੀ ਸਿਰਫ, ਜਿਹੜੇ ਨਾਰਥ ਦੇ ਸੀਗੇ ਸਿਰਫ। ਹਾਂਜੀ। ਫਿਰ ਤੁਸੀਂ ਕਿਵੇਂ ਕਿਵੇਂ ਆਏ ਪੋਲੈਂਡ ਸਾਈਡ? ਕਦੋਂ ਉੱਥੋਂ ਚੱਲੇ ਸੀ, ਕਾਹਦੇ ਤੇ ਆਏ ਸੀ? ਸਰ, ਅਸੀਂ 1 ਮਾਰਚ ਨੂੰ ਜਦੋਂ ਸਵੇਰੇ 6 ਵਜੇ ਕਰਫਿਊ ਖੁੱਲ੍ਹਿਆ, ਅਸੀਂ ਉਦੋਂ ਉੱਥੋਂ ਨਿਕਲੇ ਹਾਂ ਤੇ ਟੈਕਸੀ ਵਗੈਰਾ ਕੁਛ ਵੀ ਨਹੀਂ ਸੀ ਹੋ ਰਹੀ। ਅਸੀਂ ਪੈਦਲ ਚੱਲੇ ਹਾਂ ਆਪਣੇ ਮੈਟਰੋ ਸਟੇਸ਼ਨਸ ਤੋਂ ਰੇਲਵੇ ਸਟੇਸ਼ਨ ਵੱਲ ਨੂੰ। ਮਿਡਵਰ ਰਸਤੇ ਸਾਨੂੰ 2-3 ਕਿਲੋਮੀਟਰ ਚੱਲ ਕੇ ਹਾਈਵੇ ਤੇ ਸਾਨੂੰ ਕਿਸੇ ਨੇ ਲਿਫਟ ਦੇ ਦਿੱਤੀ ਤੇ ਉਹਨੇ ਸਾਨੂੰ ਰੇਲਵੇ ਸਟੇਸ਼ਨ ਛੱਡ ਤਾ, ਨਹੀਂ ਤੇ ਬਹੁਤ ਬੱਚੇ ਜਿਹੜੇ ਉੱਥੋਂ ਪੈਦਲ ਚੱਲੇ ਆ। ਉੱਥੋਂ ਫਿਰ ਟ੍ਰੇਨ ਆਉਂਦੀ ਹੈ ਤੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਮੇਨ ਦਰਵਾਜ਼ੇ ਤੋਂ ਨਾ ਚੜਿਓ, ਤੁਸੀਂ ਟਰੈਕਸ ਕ੍ਰਾਸ ਕਰਕੇ ਉੱਤੋਂ ਦੀ ਪਹਿਲੇ ਦਰਵਾਜ਼ੇ ਦੇ ਬਾਹਰ ਆ ਕੇ ਖੜ੍ਹ ਜਿਓ। ਉੱਥੇ ਅਸੀਂ ਆ ਕੇ ਖੜ੍ਹੇ ਹਾਂ ਤੇ ਫਿਰ ਉਹ ਟ੍ਰੇਨ ਆਈ ਹੈ ਤੇ ਫਿਰ ਜ਼ਬਰਦਸਤੀ ਜਿਵੇਂ ਹੁੰਦਾ ਨਾ ਕਿ ਆਪਾਂ ਧੱਕੇ ਨਾਲ ਕਿਸੇ ਚੜ੍ਹਨਾ ਹੈ ਤੇ ਉਵੇਂ ਚੜ੍ਹਿਆ ਸਾਰੇ ਜਣੇ। ਤੇ ਅੰਦਰ ਜਾ ਕੇ ਵੀ ਫਿਰ ਐਵੇਂ ਸੀ ਵੀ ਬਹਿਣ ਨੂੰ ਕਿਸੇ ਨੂੰ ਸੀਟਾਂ ਨਹੀਂ, ਜੇ ਮੁੰਡਿਆਂ ਨੂੰ ਤੇ ਬਿਲਕੁਲ ਹੀ ਨਹੀਂ ਸੀ ਮਿਲ ਰਹੀਆਂ, ਤੇ 4 ਜਣੇ ਵਾਲੀ ਸੀਟ ਤੇ 8-8 ਜਣੇ ਬੈਠੇ ਹੋਏ ਥੋੜੀ ਜਗ੍ਹਾ ਤੇ। ਐਵੇਂ ਫਿਰ ਕੋਈ ਅਪਰੋਕਸ 25 ਘੰਟੇ ਦਾ ਸਫ਼ਰ ਸੀਗਾ ਜਿਹੜਾ ਟ੍ਰੇਨ ਦਾ, ਉਹ ਟਰੈਵਲ ਕੀਤਾ। ਫਿਰ ਅਸੀਂ ਲਵੀਵ ਪਹੁੰਚੇ, ਉੱਥੋਂ ਫਿਰ ਅਸੀਂ 30-40 ਕਿਲੋਮੀਟਰ ਅਸੀਂ ਬਾਈ ਟੈਕਸੀ ਗਏ ਹਾਂ, ਤੇ ਫਿਰ ਉੱਥੋਂ ਅਸੀਂ ਬਾਰਡਰ ਨੂੰ ਕੋਈ 2-3 ਕਿਲੋਮੀਟਰ ਅਸੀਂ ਬਾਰਡਰ ਤੋਂ ਬਾਈ ਵਾਕ ਗਏ ਹਾਂ, ਤੇ ਉੱਥੋਂ ਫਿਰ ਅੱਗੇ ਐਮਬੈਸੀ ਆਈ ਹੈ ਲੈਣ। ਹਾਂਜੀ। ਤੇ ਉੱਥੋਂ ਦੇ ਜਿਹੜੇ ਨਾਗਰਿਕ ਸੀ, ਉੱਥੋਂ ਦੇ ਲੋਕ ਸੀ, ਉਹਨਾਂ ਨੇ ਤੁਹਾਨੂੰ ਸਪੋਰਟ ਨਹੀਂ ਕੀਤਾ? ਸਰ, ਕਈ ਸੀਗੇ ਜਿਵੇਂ ਜਿਨ੍ਹਾਂ ਨੇ ਸਾਨੂੰ ਲਿਫਟ ਦਿੱਤੀ, ਉਹਨਾਂ ਨੇ ਸਾਨੂੰ ਫ੍ਰੀ 'ਚ ਲਿਫਟ ਦਿੱਤੀ, ਪੈਸੇ ਨਹੀਂ ਲਏ। ਬਟ ਸਾਈਡ ਬਾਏ ਸਾਈਡ ਕਈ ਐਵੇਂ ਦੇ ਸੀਗੇ ਜਿਹੜੇ
ਪੈਸੇ ਜ਼ਿਆਦਾ ਕਮਾਉਣਾ ਚਾਹੁੰਦੇ ਸੀ, ਉਸੇ 'ਚ ਹੀ ਉਹਨਾਂ ਨੇ ਤਿੱਗਣੇ ਚੌਗਣੇ ਰੇਟ ਲਾਏ ਵੀ ਇੰਨੇ ਇੰਨੇ ਪੈਸੇ ਲੈ ਕੇ ਅਸੀਂ ਛੱਡਾਂਗੇ। ਹਾਂਜੀ, ਕਈ ਸਪੋਰਟ ਕਰ ਵੀ ਰਹੇ ਸੀ ਤੇ ਜ਼ਿਆਦਾਤਰ ਨਹੀਂ ਵੀ ਸੀ ਕਰ ਰਹੇ। ਉਹ ਆਪਣਾ ਵੇਖ ਰਹੇ ਸੀ ਵੀ ਪਹਿਲਾਂ ਸਾਡੇ ਲੋਕੀ ਚੜ੍ਹਨਗੇ ਫਿਰ ਫੋਰਨਰਸ ਚੜ੍ਹਨਗੇ। ਜਿਵੇਂ 1 ਤਰੀਕ ਨੂੰ ਜਿਹੜੇ ਆ ਗਏ 2 ਤਰੀਕ ਨੂੰ ਉਹਨਾਂ ਨੇ ਕੋਈ ਮੁੰਡੇ ਨੂੰ ਟ੍ਰੇਨ ਬੋਰਡ ਨਹੀਂ ਕਰਨ ਦਿੱਤੀ ਫੋਰਨਰ ਨੂੰ, ਸਿਰਫ ਕੁੜੀਆਂ ਐਂਡ ਤੇ ਚਾੜੀਆਂ, ਉਹ ਵੀ ਜ਼ਬਰਦਸਤੀ ਉਹਨਾਂ ਨੇ ਧੱਕੇ ਮਾਰ ਮਾਰ ਚਾੜ ਤੇ ਵੀ ਚੜ ਜਾਓ, ਨਹੀਂ ਤੇ ਮੁੰਡਾ ਕੋਈ ਵੀ ਨਹੀਂ ਚੜਿਆ। ਉਸ ਤੋਂ ਬਾਅਦ ਸਾਰੇ ਉੱਥੇ ਹੀ ਆ ਜੇ। ਸੀਟ ਵਗੈਰਾ ਵੀ ਨਹੀਂ ਦੇ ਰਹੇ ਸੀ ਤੁਹਾਨੂੰ ਉੱਥੇ? ਨਹੀਂ ਸਰ, ਸੀਟ ਉਹ ਉਹਨਾਂ ਦੀ ਇਹ ਸੀ ਕਿ ਅਸੀਂ ਬਹਿ ਗਏ, ਹੁਣ ਸਾਡੇ ਪੈਟਸ ਵੀ ਬਹਿਣਗੇ। ਸਾਡੇ ਆਪਣਾ ਜਿਹੜਾ ਟ੍ਰੇਨ ਦਾ ਸਾਡਾ ਕੰਪਾਰਟਮੈਂਟ ਸੀ, ਉਹਦੇ ਸਾਡੇ ਨਾਲ ਇੱਕ ਜਨਾਨੀ ਕੋਲ 3 ਬਿੱਲੀਆਂ ਸੀ। ਸਾਡੇ ਨਾਲ ਦੇ ਮੁੰਡੇ ਖੜੇ ਸੀ ਕਿਉਂਕਿ ਉਹਨੇ ਆਪਣੀ ਬਿੱਲੀਆਂ ਨੂੰ ਬਿਠਾਣਾ ਸੀ ਵੀ ਮੇਰੀ ਬਿੱਲੀਆਂ ਬਹਿ ਕੇ ਜਾਣਗੇ, ਬੱਚੇ ਭਾਵੇਂ 25 ਘੰਟੇ ਖੜਿਆਂ ਤੇ ਖੜੇ ਰਹਿਣ। ਐਵੇਂ ਕਰਕੇ ਆਏ ਆ ਸਰ ਅਸੀਂ। ਤੇ ਉੱਤੋਂ ਇਹ ਵੀ ਸੀ ਵੀ ਕੀਵ ਜਾ ਕੇ ਵੀ ਕਹਿ ਰਹੇ ਸੀ ਵੀ ਜੇ ਕੋਈ ਸਟੂਡੈਂਟਸ ਬਾਹਰ ਕੋਰੀਡੋਰ 'ਚ ਖੜੇ ਹੈ ਤੇ ਉਹਨਾਂ ਨੂੰ ਵੀ ਕੱਢ ਕੱਢ ਕੇ ਬਾਹਰ ਸੁੱਟੀ ਆਉਂਦੇ ਵੀ ਸਾਡੇ ਮਤਲਬ ਕਿ ਸਾਡੀ ਯੂਕਰੇਨੀਅਨਸ ਚੜ੍ਹਨ ਉੱਤੇ, ਸਟੂਡੈਂਟਸ ਨਾ ਜਾਣ। ਐਵੇਂ ਆਏ ਆ ਸਰ। ਤੁਹਾਡੇ ਨਾਲ ਸੀ ਜਿੰਨੇ, ਉਹ ਸਾਰੇ ਹੀ ਆ ਗਏ ਜਾਂ ਕੁਝ ਰਹਿ ਗਏ ਜੀ? ਸਰ ਆਲਮੋਸਟ ਸਾਰੇ ਆ ਗਏ। ਮੇਰੇ ਆਪਣੇ ਫਰੈਂਡ ਸਰਕਲ 'ਚੋਂ ਇੱਕ ਮੁੰਡਾ ਰਹਿ ਗਿਆ ਹੈ, ਉਹ ਕਿਉਂਕਿ 2 ਨੂੰ ਮੁੰਡੇ ਚੜ੍ਹਨ ਨਹੀਂ ਦਿੱਤੇ ਤਾਂ ਕਰਕੇ। ਜੀ। ਹਾਂਜੀ ਤੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਜਾਂ ਆਪਣੇ ਇਲਾਕੇ ਦੀ? ਸਰ ਪੰਜਾਬ ਦੇ ਉੱਥੇ ਕੋਈ ਅਜੇ 1200 ਤੋਂ 1500 ਸਟੂਡੈਂਟਸ ਅਜੇ ਉੱਥੇ ਹੀ ਹੈ। ਜਿਹੜਾ ਸਾਡਾ ਏਜੰਟ ਅੰਮ੍ਰਿਤਸਰ ਤੋਂ, ਉਹ ਨਾਰਥ ਸਾਈਡ ਤੋਂ ਆਪਣੇ ਪੰਜਾਬ ਹਰਿਆਣੇ ਚੋਂ ਹੀ ਬੱਚੇ ਲੈ ਕੇ ਜਾਂਦਾ ਹੈ ਤੇ ਉਹਦੇ ਕੋਲ ਇਸ ਟਾਈਮ ਤੇ ਕੋਈ 1200 ਤੋਂ 1500 ਬੱਚੇ ਅਜੇ ਉਹਦੇ ਨਾਲ ਹੈ, ਜਿਹੜੇ ਫਸਟ ਸੈਕਿੰਡ ਈਅਰ ਦੇ ਆ, ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂਗਾ ਵੀ ਅਸੀਂ ਖੁਦ ਟ੍ਰੇਨਸ ਕਿਵੇਂ ਬੋਰਡ ਕਰਨੀ ਹੈ। ਅਸੀਂ ਘਰ ਆਏ ਸੀ, ਮਾਤਾ ਪਿਤਾ ਭਰਾ ਸਾਰਿਆਂ ਦਾ ਚਿਹਰਾ ਵੇਖਿਆ ਤਾਂ ਆਪਦੇ ਮਨ ਨੂੰ ਵੀ ਬੜਾ ਦੁੱਖ ਆਉਂਦਾ ਸੀ ਕਿਉਂਕਿ ਬੱਚੀ ਹੈ, ਉਹ ਬਾਹਰ ਵਿਦੇਸ਼ ਦੇ ਵਿੱਚ ਹੈ ਤੇ ਤੁਸੀਂ ਉਹ ਸਾਰਾ ਜਿਹੜਾ ਸਮਾਂ ਕਾਫੀ ਦਿਨਾਂ ਦਾ ਆਪਣੇ ਪਿੰਡੇ ਤੇ ਹੰਢਾਇਆ। ਤੁਹਾਡੇ ਸਾਹਮਣੇ ਵੀ ਕੁਝ ਇਦਾਂ ਦੀ ਬੰਬਾਰੀ ਹੁੰਦੀ ਜਾਂ ਦੇਖੀ ਆ ਤੁਸੀਂ? ਜਿਸ ਦਿਨ ਅਸੀਂ ਟ੍ਰੇਨ ਨੂੰ ਗਏ ਆ ਤੇ ਜਦੋਂ ਅਸੀਂ ਟ੍ਰੇਨ ਦੀ ਵੇਟ ਕਰ ਰਹੇ ਸੀਗੇ, ਉਦੋਂ ਸਾਡੇ ਪਿੱਛੇ ਬੰਬ ਡਿੱਗ ਰਹੇ ਤੇ ਅਸੀਂ ਕੰਧ ਦੇ ਨਾਲ ਲੱਗ ਕੇ ਖੜੇ ਹੋਏ ਆ ਵੀ ਜੇ ਅੰਦਰ ਚਲ ਗਏ ਤੇ ਟ੍ਰੇਨ ਰਹਿ ਜਾਣੀ ਹੈ। ਤੇ ਉਦੋਂ ਸੀ ਵੀ ਹਾਂ ਬੰਬ ਡਿੱਗੇ। ਜਦੋਂ ਅਸੀਂ ਟ੍ਰੇਨ 'ਚ ਵੀ ਬਹਿ ਗਏ ਆ, ਨਾਲ ਦੀ ਨਾਲ ਸਾਡੇ ਉੱਥੇ ਮੇਨ ਜਿਹੜਾ ਸ਼ਹਿਰ ਦਾ ਸੈਂਟਰ ਸੀਗਾ, ਉੱਥੇ ਜਿਹੜੇ ਬੰਬ ਡਿੱਗੇ ਆ ਉਹਨਾਂ ਦੇ ਧੂਏ ਵੇਖਿਆ ਅਸੀਂ। ਤੇ ਉਦੋਂ ਬਾਅਦ ਜਦੋਂ ਫਿਰ ਇੱਕ ਵਾਰੀ ਟ੍ਰੇਨ ਚੱਲ ਪਈ, ਫਿਰ ਬਸ ਵਾਜਾਂ ਹੀ ਆਈ ਹੈ, ਫਿਰ ਬਾਹਰ ਨਹੀਂ ਵੇਖਿਆ ਕਿਸੇ ਨੇ ਵੀ ਹੁਣ ਚੱਲ ਪਿਆ ਤੇ ਹੁਣ ਬਸ ਪਹੁੰਚੋ। ਹਾਂਜੀ। ਮਨ ਫਿਰ ਕਈ ਵਾਰੀ ਤਾਂ ਵੈਸੇ ਜਦੋਂ ਤੁਸੀਂ ਲੰਘਾਇਆ ਸਮਾਂ ਜਿਹੜਾ, ਉਹ ਜਾਂ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਰੱਬ ਜਾਣਦਾ ਹੈ, ਕਈ ਵਾਰੀ ਮਨ ਦੇ ਵਿੱਚ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਵੀ ਆ ਜਾਂਦੀਆਂ ਨੇ? ਜਿੱਦਣ ਅਸੀਂ ਪਹਿਲੇ ਦਿਨ ਗਏ ਆ, ਅਸੀਂ ਵਾਸ਼ਰੂਮ ਲੱਭਣ ਗਏ ਸੀਗੇ ਫਸਟ ਫਲੋਰ ਤੇ ਮੈਟਰੋ ਦੇ। ਇੱਕਦਮ ਪਿੱਛੋਂ ਬੜੀ ਜ਼ੋਰ ਦੀ ਜਿਵੇਂ ਪੈਰਾਂ ਦੀ ਆਵਾਜ਼ ਆਉਂਦੀ ਹੈ ਨਾ, ਸਾਰੇ ਲੋਕੀ ਅੰਦਰ ਭੱਜ ਲਏ। ਉਸ ਦਿਨ ਸਾਨੂੰ ਲੱਗਿਆ ਇੱਥੇ ਪਿੱਛੋਂ ਗੋਲੀ ਪੈ ਜਾਣੀ, ਇੱਥੇ ਡਿੱਗ ਜਾਣਾ ਅਸੀਂ। ਹਾਂਜੀ। ਬਾਕੀ ਦਿਨ ਗੱਲਾਂ ਕਰਦੇ ਕਰਦੇ, ਮਤਲਬ ਕਿ ਜਿਵੇਂ ਹੁੰਦੇ ਨਾ ਸਟੂਡੈਂਟਸ ਹੁੰਦੇ ਆ, ਗੱਲਾਂ ਕਰਦੇ ਕਰਦੇ ਟਾਈਮ ਟੱਪ ਗਿਆ। ਮਾਤਾ ਪਿਤਾ ਸਾਰਾ ਪਰਿਵਾਰ ਫਿਰ ਅੱਖਾਂ ਦੇ ਸਾਹਮਣੇ ਆ ਜਾਂਦਾ ਨਾ ਉਸ? ਹਾਂਜੀ। ਉਦੋਂ ਤੇ ਕੋਈ ਸਮਝ ਨਹੀਂ ਆਉਂਦਾ ਵੀ ਹੁਣ ਹੋ ਕੀ ਜਾਣਾ ਹੈ। ਅਸੀਂ ਭਾਵੁਕ ਹੋ ਗਏ ਕਿਉਂਕਿ ਅਸੀਂ ਵੀ ਇਹ ਚੀਜ਼ ਨਾ, ਹਰ ਬੰਦਾ ਹਰ ਬੱਚਾ ਜਿਹੜਾ ਸੋਚਦਾ ਵੀ ਯਾਰ ਵੀ ਸਾਡੇ ਬੱਚੇ ਉੱਥੇ ਨੇ, ਬਗਾਨੇ ਮੁਲਕ ਦੇ ਵਿੱਚ ਨੇ, ਵੀ ਪਤਾ ਨਹੀਂ ਕਿਸ ਹਾਲਤ ਦੇ ਵਿੱਚ ਹੋਣਗੇ। ਇਹ ਕੁਦਰਤੀ ਹੈ। ਤੁਸੀਂ ਤਾਂ ਉਹ ਚੀਜ਼ਾਂ ਸਾਰੀਆਂ ਆਪਣੇ ਪਿੰਡੇ ਤੇ ਹੰਢਾਈਆਂ ਜੀ। ਤੇ ਹੁਣ ਆਪਾਂ ਗੱਲ ਕਰੀਏ, ਤੁਹਾਡੀ ਡਿਗਰੀ ਜਿਹੜੀ ਕਿੰਨੀ ਕੁ ਰਹਿੰਦੀ ਹੈ? ਸਰ ਮੇਰੀ ਸਾਲ ਦੀ ਡਿਗਰੀ ਰਹਿ ਗਈ ਹੈ, ਮੇਰੇ 5.5 ਸਾਲ ਹੋ ਚੁੱਕੇ ਆ ਆਲਰੇਡੀ। ਤੇ ਉਦੋਂ ਅੱਗੇ ਸਿਰਫ ਇਹ ਰਹਿ ਗਿਆ ਕਿ ਸਾਲ ਦੀ ਵੀ ਪੂਰੀ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਸਾਡਾ ਅਗਲੇ ਸਾਲ ਅਪ੍ਰੈਲ ਦੇ ਵਿੱਚ ਪੇਪਰ ਹੋ ਜਾਣਾ ਸੀ ਤੇ ਉਦੋਂ ਬਾਅਦ ਜੂਨ ਤੱਕ ਤੇ ਅਸੀਂ ਫ੍ਰੀ ਹੋ ਕੇ ਘਰ ਵੀ ਆ ਜਾਣਾ ਸੀਗਾ ਡਿਗਰੀਜ਼ ਲੈ ਕੇ। ਤੇ ਪੂਰਾ ਮਿਲਾ ਕੇ ਡਿਗਰੀ ਡੁਗਰੀ ਕਰਕੇ ਤੁਸੀਂ ਇਹ ਲਾ ਲਓ ਵੀ ਸਾਲ ਦੇ ਵਿੱਚ ਫ੍ਰੀ ਹੋ ਜਾਣਾ ਸੀ ਅਸੀਂ ਡਿਗਰੀਜ਼ ਲੈ ਕੇ। ਬਸ ਇੰਨਾ ਕੁ ਰਹਿ ਗਿਆ ਸੀ ਕੰਮ, ਤੇ ਇੰਨਾ ਹੀ ਰਹਿੰਦੇ ਬਸ। ਤੇ ਫਿਰ ਹੁਣ ਅੱਗੇ ਕਿਵੇਂ ਲੱਗਦਾ ਵੀ ਇੱਥੇ ਭਾਰਤ ਵੱਲੋਂ ਜਾਂ ਕਿਸੇ ਹੋਰ ਮੁਲਕ ਦੇ ਵੱਲੋਂ, ਜੇ ਆਪਾਂ ਗੱਲ ਕਰ ਰਹੇ ਸੀ ਵੀ ਉਹ ਕਹਿੰਦੇ ਸੀ ਵੀ ਤੁਸੀਂ ਟ੍ਰਾਂਸਫਰ ਕਰਾ ਲਓ? ਸਰ ਅਜੇ ਬਸ ਕਹਿ ਰਹੇ ਆ, ਕੋਈ ਕਨਫਰਮੇਸ਼ਨ ਨਹੀਂ ਗੀ ਵੀ ਕੀ ਬਣਦਾ ਹੈ। ਯੂਕਰੇਨ 'ਚ ਤੇ ਸਾਨੂੰ ਕੋਈ ਉਮੀਦ ਹੈ ਨਹੀਂ ਵੀ ਉੱਥੇ ਜਾ ਕੇ ਕੁਝ ਹੋਊਗਾ, ਕਿਉਂਕਿ ਜਿਵੇਂ ਅਸੀਂ ਆਉਂਦੇ ਹੋਏ ਬਿਲਡਿੰਗਸ ਵੇਖ ਕੇ ਆਏ ਹਾਂ, ਸਾਡੀ ਯੂਨੀਵਰਸਿਟੀਜ਼ ਤੇ ਵੀ ਬਲਾਸਟ ਹੋ ਚੁੱਕੇ ਆ ਤੇ ਯੂਨੀਵਰਸਿਟੀਜ਼ 'ਚ ਵੀ ਕੁਛ ਨਹੀਂਗਾ, ਸਾਰੇ ਤਾਂ ਸਾਰਾ ਸ਼ਹਿਰ ਹੀ ਢਹਿ ਢੇਰੀ ਹੋ ਗਿਆ। ਜਿੱਥੇ ਵੀ ਵੇਖੋ ਵੀ ਜਗ੍ਹਾ ਵੇਖਣ 'ਚ ਹੀ ਪਛਾਣ 'ਚ ਹੀ ਨਹੀਂ ਆਉਂਦੀ ਵੀ ਹੋ ਕੀ ਗਿਆ ਹੈ। ਤੇ ਇਹੀ ਹੋ ਸਕਦਾ ਵੀ ਜੇ ਇੰਡੀਅਨ ਗਵਰਨਮੈਂਟ ਕਹੇ ਅਜੇ ਵੀ ਹਾਂ ਤੁਹਾਨੂੰ ਅਸੀਂ ਇੱਥੇ ਦੇ ਦਿੰਨੇ ਆ, ਤੇ ਉਹ ਇੱਕ ਬਹੁਤ ਜ਼ਿਆਦਾ ਬੈਟਰ ਆਪਸ਼ਨ ਹੈ। ਕਿਉਂਕਿ ਫਿਰ ਦੁਬਾਰਾ ਕਿਸੇ ਬਗਾਨੇ ਮੁਲਕ 'ਚ ਜਾ ਕੇ ਡਿਗਰੀ ਅੱਗੋਂ ਕੰਪਲੀਟ ਕਰਨੀ, ਉਹ ਤੇ ਫਿਰ ਉਹੀ ਗੱਲ ਹੋ ਗਈ ਜੋ ਇੱਥੋਂ ਕਰਕੇ ਆਏ ਤੇ ਉੱਥੇ। ਗਵਰਨਮੈਂਟ ਅਜੇ ਵੀ ਕਰ ਸਕਦੀ ਹੈ, ਕਿਉਂਕਿ ਜਿਹੜੇ 6ਵੇਂ ਸਾਲ ਦੇ ਬੱਚੇ ਆ, 5th ਈਅਰ ਦੇ ਬੱਚੇ ਆ, ਉਹਨਾਂ ਦੀ ਤੇ ਡਿਗਰੀਜ਼ ਆਲਮੋਸਟ ਪੂਰੀਆਂ ਹੀ, ਉਹਨਾਂ ਦੇ ਤੇ ਰਹਿ ਹੀ ਕੁਛ ਨਹੀਂ ਗਿਆ ਪਿੱਛੇ। ਆਪਣੇ ਆਪਾਂ ਗੱਲ ਕਰ ਲਈਏ ਭਾਰਤ ਦੀ, ਪੰਜਾਬ ਦੀ, ਕੋਈ ਇਦਾਂ ਦੀ ਕੋਈ ਆਫਤ ਆਉਂਦੀ ਹੈ ਤਾਂ ਆਪਣੇ ਲੋਕ ਲੰਗਰ ਲਾ ਦਿੰਦੇ ਨੇ।
ਤੇ ਲੋਕਾਂ ਦੇ ਲਈ ਬਹੁਤ ਪ੍ਰਬੰਧ ਕਰਦੇ ਨੇ, ਕਿ ਉੱਥੇ ਵੀ ਤੁਹਾਨੂੰ ਇਦਾਂ ਦਾ ਕੁਝ ਵੇਖਣ ਨੂੰ ਮਿਲਿਆ? ਵੈਸੇ ਸਾਡੇ ਕੋਲ ਆਪਣਾ ਅਸੀਂ ਇਕੱਠਾ ਕਰ ਲਿਆ ਹੋਇਆ ਸੀ, ਬਟ ਉੱਥੋਂ ਦੀ ਗਵਰਨਮੈਂਟ ਉੱਥੋਂ ਦੇ ਲੋਕਾਂ ਵਾਸਤੇ ਉਹਨਾਂ ਨੂੰ ਜਿਵੇਂ ਟ੍ਰੇਨਸ ਦੀ ਟਨਲਸ ਤੋਂ ਉਹ ਜਾ ਜਾ ਕੇ ਗਰਮ ਪਾਣੀ ਦੀ ਉਹਨਾਂ ਨੇ ਉੱਥੇ ਸੁਵਿਧਾ ਕੀਤੀ ਹੋਈ ਸੀ, ਪੀਣ ਵਾਲਾ ਪਾਣੀ ਸੀ ਤੇ ਖਾਣ ਨੂੰ ਵੀ ਉਹ ਦੇ ਰਹੇ ਸੀ। ਉਹਨਾਂ ਦਾ ਖਾਣ ਜਿਵੇਂ ਬ੍ਰੈਡ ਜਾਂ ਸੂਪਸ ਉਹ ਦੇ ਰਹੇ ਸੀਗੇ। ਇਹ ਸੀ ਕਿ ਜੇ ਆਪਸ਼ਨ ਆਉਂਦਾ ਹੈ ਨਾ, ਜੇ ਬਾਕੀਆਂ ਨੂੰ ਜੋ ਜ਼ਿਆਦਾ ਦੇ ਰਹੇ ਸਾਨੂੰ ਅੱਧਾ ਦਿੰਦੇ ਸੀਗੇ ਵੀ ਸਾਡੇ ਲੋਕੀ ਪਹਿਲਾਂ ਖਾ ਲੈਣ। ਤੇ ਜਿਹੜੇ ਵੈਜੀਟੇਰੀਅਨ ਲੋਕ ਬੱਚੇ ਸੀ ਉਹਨਾਂ ਲਈ ਤਾਂ ਕੁਝ ਵੀ ਨਹੀਂ ਸੀਗਾ ਖਾਣ ਨੂੰ, ਕਿਉਂਕਿ ਉਹਨਾਂ ਦੀ ਹਰ ਚੀਜ਼ ਦੇ ਵਿੱਚ ਉਹਨਾਂ ਨੇ ਮੀਟ ਪਾਇਆ ਹੀ ਹੋਇਆ ਸੀ ਵੀ ਥੋੜਾ ਖਾ ਕੇ ਢਿੱਡ ਭਰ ਜੇ ਲੋਕਾਂ ਦਾ, ਉਹਨਾਂ ਦੀ ਬੋਡੀ ਨੂੰ ਪ੍ਰੋਟੀਨ ਮਿਲਦਾ ਰਹੇ। ਹਾਂਜੀ, ਤੇ ਇੰਨਾ ਹੀ ਸੀਗਾ। ਪੀਣ ਨੂੰ ਉਹਨਾਂ ਨੇ ਪਾਣੀ ਵਾਧੂ ਕਰਤਾ ਸੀਗਾ, ਖਾਣ ਨੂੰ ਤੁਹਾਨੂੰ ਖੁਦ ਅਰੇਂਜ ਕਰਨਾ ਪੈਣਾ ਸੀ, ਐਵੇਂ ਸੀ। ਤੇ ਬਾਕੀ ਇਹ ਵੀ ਗੱਲ ਜਿਹੜੀ ਸੁਣਨ ਦੇ ਵਿੱਚ ਆਉਂਦੀ ਹੈ ਕਿ ਜਿਹੜੇ ਸਾਡੇ ਬੱਚੇ ਨੇ, ਖਾਸ ਕਰਕੇ ਲੜਕੀਆਂ ਨੇ, ਉੱਥੋਂ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕੋਈ ਬੰਧਕ ਬਣਾ ਲਿਆ, ਕੋਈ ਇਦਾਂ ਦੀਆਂ ਗੱਲਾਂ ਬਾਤਾਂ ਵੀ ਆਈ ਸੀ? ਸਰ ਜਦੋਂ ਤੱਕ ਅਸੀਂ ਉੱਥੇ ਸੀ ਉਦੋਂ ਤੱਕ ਐਵੇਂ ਦਾ ਕੁਝ ਵੀ ਨਹੀਂ ਸੀਗਾ। ਅਗਲੇ 2 ਦਿਨ ਵੀ ਮੇਰੇ ਫਰੈਂਡਸ ਆਉਂਦੇ ਰਹੇ ਆ ਉੱਥੋਂ, ਉਦੋਂ ਤੱਕ ਐਵੇਂ ਦਾ ਕੁਝ ਵੀ ਨਹੀਂ, ਨਾ ਅਸੀਂ ਸੁਣਿਆ ਨਾ ਸਾਨੂੰ ਕਿਸੇ ਨੇ ਦੱਸਿਆ। ਜਿਹੜੇ ਅਜੇ ਵੀ ਸਾਡੇ ਉੱਥੇ ਆ ਉਹ ਵੀ ਐਵੇਂ ਦਾ ਕੁਝ ਨਹੀਂ ਦੱਸ ਰਹੇ ਵੀ ਕਿਸੇ ਨੂੰ ਬੰਧਕ ਬਣਾਇਆ ਜਾਂ ਨਹੀਂ ਬਣਾਇਆ। ਤੁਹਾਡੇ ਜੋ ਫਰੈਂਡ ਸਰਕਲ ਉੱਥੇ ਰਹਿ ਗਏ ਉਹਨਾਂ ਨਾਲ ਤੁਹਾਡੀ ਗੱਲਬਾਤ ਹੁਣ ਹੁੰਦੀ ਹੈ ਜੀ? ਹਾਂਜੀ ਸਰ, ਹੁੰਦੀ ਆ। ਉਹ ਸਾਰੇ ਇਸ ਟਾਈਮ ਪੇ ਸੋਚਿਨ ਨਾਲ ਉੱਥੇ ਹੈਗੇ ਆ, ਉੱਥੇ ਬੈਠੇ ਹੋਏ ਆ। ਤੇ ਸਾਡਾ ਜਿਹੜਾ ਏਜੰਟ ਹੈ ਉਹ ਉਹਨਾਂ ਨੂੰ ਉੱਥੋਂ ਕੱਢ ਰਿਹਾ ਤੇ ਐਮਬੈਸੀ ਵੱਲੋਂ ਅਜੇ ਕੁਝ ਨਹੀਂ ਹੋ ਰਿਹਾ। ਜਦੋਂ ਤੁਸੀਂ ਉੱਥੋਂ ਚੱਲ ਕੇ ਪੋਲੈਂਡ ਆਏ, ਪੋਲੈਂਡ ਦਾ ਬਾਰਡਰ ਕ੍ਰਾਸ ਕਰ ਗਏ, ਤੇ ਫਿਰ ਉਦੋਂ ਥੋੜੀ ਜਾਨ 'ਚ ਜਾਨ ਪਈ ਹੋਣੀ ਜੀ? ਉਦੋਂ ਤੇ ਹੈ ਸੀ ਵੀ ਇੱਕ ਤਰ੍ਹਾਂ ਹੁੰਦਾ ਨਾ ਕਿ ਹਾਂ ਹੁਣ ਖਤਰਾ ਟਲ ਗਿਆ, ਹੁਣ ਇੱਥੇ ਕੁਛ ਨਹੀਂ ਹੋਣਾ। ਉੱਥੇ ਜਾ ਕੇ ਫਿਰ ਦਿਲ ਨੂੰ ਸ਼ਾਂਤੀ ਮਿਲੀ ਕਿ ਨਹੀਂ ਯਾਰ ਹੁਣ ਕੁਛ ਨਹੀਂ ਹੁੰਦਾ, ਹੁਣ ਘਰ ਪਹੁੰਚ ਜਾਾਂਗੇ। ਹਾਂਜੀ। ਤੇ ਫਿਰ ਕਦੋਂ ਉੱਥੋਂ ਚੱਲੇ ਸੀ ਜੀ? ਤੇ ਉੱਥੋਂ ਜੋ ਤੁਸੀਂ ਆਏ ਹੋ ਉਹ ਤੁਸੀਂ ਗਵਰਨਮੈਂਟ ਦੇ ਖਰਚੇ ਤੇ ਆਏ ਹੋ ਜਾਂ ਆਪਣੇ ਤੇ? ਸਰ ਪੋਲੈਂਡ ਤੋਂ ਜਿਹੜੀ ਫਲਾਈਟ ਹੈ ਉਹ ਗਵਰਨਮੈਂਟ ਦੇ ਖਰਚੇ ਤੇ ਸੀਗੀ। ਪੋਲੈਂਡ ਜਦੋਂ ਅਸੀਂ ਬਾਰਡਰ ਤੇ ਪਹੁੰਚੇ ਉੱਥੋਂ ਸਾਡੇ ਲਈ ਬੱਸਿਸ ਖੜੀਆਂ ਹੋਈਆਂ ਸੀਗੀਆਂ ਲੈ ਕੇ ਜਾਣ ਵਾਸਤੇ। ਉਹ ਬੱਸਿਸ ਤੇ ਫਿਰ ਜਾ ਕੇ ਸਾਨੂੰ ਹੋਟਲ ਦੇ ਵਿੱਚ ਉਹਨਾਂ ਨੇ ਹਾਲਸ ਬੁੱਕ ਕੀਤੇ ਹੋਏ ਸੀ, ਉੱਥੇ ਰੱਖਿਆ ਗਿਆ। ਤੇ ਫਲਾਈਟਸ ਇਹ ਸਾਰਾ ਕੁਝ ਗਵਰਨਮੈਂਟ ਦਾ ਸੀਗਾ। ਜਦੋਂ ਤੱਕ ਅਸੀਂ ਬਾਰਡਰ ਨਹੀਂ ਕ੍ਰਾਸ ਕੀਤਾ ਉਦੋਂ ਤੱਕ ਸਾਰਾ ਸਾਡਾ ਆਪਣਾ ਸੀ। ਹਾਂਜੀ। ਤੇ ਉਹ ਤੇ ਤੁਸੀਂ ਦੱਸ ਹੀ ਦਿੱਤਾ ਸੀਗਾ ਵੀ ਜਦੋਂ ਵੀ ਜਿਵੇਂ ਬੰਬ ਚੱਲਦਾ ਜਾਂ ਕਿਸੇ ਤਰ੍ਹਾਂ ਦਾ ਬਲਾਸਟ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ। ਜਦੋਂ ਤੁਸੀਂ ਰਸਤੇ ਦੇ ਵਿੱਚ ਆਏ ਹੋ ਕੋਈ ਇਦਾਂ ਦੇ ਹਾਲਾਤ ਦੇਖੇ ਆ ਲੋਕਾਂ ਦੇ ਜਿੱਥੇ ਇਹ ਬਲਾਸਟ ਵਗੈਰਾ ਹੋਏ ਹੋਣ? ਸਰ ਟ੍ਰੇਨ ਬਿਲਕੁਲ ਸ਼ਹਿਰੋਂ ਬਾਹਰੋਂ ਜਾਂਦੀ ਸੀ, ਪਰ ਐਵੇਂ ਸੀ ਵੀ ਜੇ ਆਪਾਂ ਬਾਹਰ ਵੇਂਦੇ ਸੀ ਬਿਲਕੁਲ ਜਿੱਥੇ ਲੋਕੀ ਫਿਰਦੇ ਹੁੰਦੇ ਆ ਜਿਵੇਂ ਬਿਲਕੁਲ ਸਾਰਾ ਸੁਨਸਾਨ ਹੋਇਆ ਪਿਆ ਸੀ। ਜਾਂ ਫਿਰ ਜਦੋਂ ਟ੍ਰੇਨ ਕੀਵ ਚੋਂ ਟੱਪਣੀ ਸੀ ਤਾਂ ਉਹਨਾਂ ਨੇ ਪੂਰਾ ਹਨੇਰਾ ਕਰਤਾ ਟ੍ਰੇਨ 'ਚ, ਬਾਰੀਆਂ ਬੰਦ ਕਰਾਤੀਆਂ, ਫੋਨਸ ਵੀ ਈਵਨ ਕਿ ਟਾਰਚਿਸ ਨਹੀਂ ਚਲਾਉਣੀਆਂ, ਕੁਛ ਵੀ ਨਹੀਂ ਚਲਾਉਣਾ ਵੀ ਬਾਹਰ ਚਾਨਣ ਨਾਲ ਚੱਲ ਜੇ, ਪਤਾ ਨਾ ਲੱਗ ਜੇ ਵੀ ਟ੍ਰੇਨ ਜਾ ਰਹੀ ਹੈ ਜਾਂ ਕੁਛ ਹੋ ਰਿਹਾ ਹੈ। ਬਿਲਕੁਲ ਰਾਤ ਦੇ ਹਨੇਰੇ 'ਚ ਇੱਕ ਹਨੇਰ ਘੁੱਪ ਘੇਰ ਵਾਂਗੂ ਟ੍ਰੇਨ ਆਈ ਹੈ ਉੱਥੋਂ, ਜਿੰਨੀ ਦੇਰ ਆਪਾਂ ਕੀਵ ਚੋਂ ਟੱਪਿਆ ਉਨੀ ਦੇਰ। ਫਿਰ ਜਦੋਂ ਲਵੀਵ ਪਹੁੰਚਿਆ ਉਦੋਂ ਹੋਇਆ ਕਿ ਨਹੀਂ ਆਪਾਂ ਕਿਸੇ ਸ਼ਹਿਰ 'ਚ ਆ, ਕਿਉਂਕਿ ਜੇ ਲਵੀਵ ਉਹਨੇ ਏਅਰ ਸਟ੍ਰਾਈਕਸ ਵਗੈਰਾ ਨਹੀਂ ਸੀ ਹੋਏ, ਉੱਥੇ ਜਾ ਕੇ ਥੋੜੀ ਜਾਨ 'ਚ ਜਾਣਾ ਵੀ ਹੁਣ ਨਿਕਲ ਜਾਾਂਗੇ, ਨੇੜੇ ਪਹੁੰਚ ਗਏ ਆ। ਤੇ ਜੇ ਆਪਾਂ ਮੰਨ ਲੈਂਦੇ ਹਾਂ ਕਿ ਉਹ ਦੁਬਾਰਾ ਉਹ ਚੀਜ਼ ਨੂੰ ਸਾਰਾ ਕਵਰ ਕਰਕੇ ਦੁਬਾਰਾ ਯੂਨੀਵਰਸਿਟੀ ਚੱਲਦੀ ਹੈ, ਤੁਹਾਨੂੰ ਬੁਲਾਉਂਦੇ ਨੇ, ਫਿਰ ਕੀ ਕਹਿੰਦਾ ਮਨ? ਡਿਗਰੀ ਬਿਲਕੁਲ ਪੂਰੀ ਹੋ ਚੁੱਕੀ ਹੈ, ਜਾਣਾ ਤੇ ਪੈਣਾ ਹੀ ਹੈ ਕਿਉਂਕਿ ਇੰਨਾ ਟਾਈਮ ਵੀ ਲਾ ਲਿਆ, ਪੈਸੇ ਵੀ ਲਾ ਲਏ ਹੈ। ਪਰ ਇੱਕ ਦਿਮਾਗ ਦੇ ਵਿੱਚ ਉਹ ਡਰ ਹਮੇਸ਼ਾ ਬੈਠਾ ਰਹੂਗਾ ਵੀ ਰਸ਼ੀਆ ਅਜੇ ਵੀ ਕਦੇ ਵੀ ਅਟੈਕ ਕਰ ਸਕਦਾ, ਕੁਝ ਵੀ ਹੋ ਸਕਦਾ ਹੈ। ਜਿਵੇਂ ਉਹਨੇ ਚਿੱਲ ਹੋ ਕੇ ਜਾਂ ਟੈਨਸ਼ਨ ਫਰੀ ਹੋ ਕੇ ਬੰਦਾ ਨਹੀਂ ਰਹਿ ਪਾਊਗਾ ਦੁਬਾਰਾ ਉੱਥੇ। ਹਾਂਜੀ, ਕਿਉਂਕਿ ਮੈਨੂੰ ਲੱਗਦਾ ਜਿੰਨੇ ਵੀ ਬੱਚੇ ਉੱਥੋਂ ਆਏ ਆ PTSD ਤੇ ਆਲਮੋਸਟ ਸਾਰਿਆਂ ਨੂੰ ਹੋ ਹੀ ਗਿਆ ਹੋਊਗਾ। ਉੱਥੇ ਵੀ ਜਦੋਂ ਪੋਲੈਂਡ 'ਚ ਵੀ ਕੋਈ ਠਾ ਦੀ ਜਾਂ ਕੋਈ ਵੀ ਆਵਾਜ਼ ਆਉਂਦੀ ਸੀ, ਬਾਰੀਆਂ ਬੰਦ ਕੋਈ ਜ਼ੋਰ ਦੀ ਕਰ ਦਿੰਦਾ, ਸਾਰਿਆਂ ਦੇ ਮੂੰਹ ਘੁੰਮ ਜਾਂਦੇ ਸੀ ਵੀ ਹੋ ਕੀ ਗਿਆ ਇੱਥੇ, ਵੀ ਇੱਥੇ ਤੇ ਨਹੀਂ ਕਿਤੇ ਬੰਬ ਡਿੱਗ ਗਿਆ। ਹਾਂਜੀ। ਤੁਸੀਂ ਤੇ ਹੌਸਲਾ ਕੀਤਾ ਹੈ ਵੀ ਜੇ ਕਿਤੇ ਸਾਨੂੰ ਉਧਰੋਂ ਆਪਸ਼ਨ ਆਉਂਦੀ ਹੈ ਵੀ ਜਾ ਸਕਦੇ ਆ, ਪਰ ਕਈ ਤਾਂ ਸੋਚਦੇ ਹੋਣਗੇ ਡਿਗਰੀ ਛੱਡੋ ਵੀ ਆਪਣੀ ਜਾਨ ਬਚ ਗਈ, ਉਹ ਝਾਕਣੇ ਵੀ ਨਹੀਂ। ਸਰ ਜਿਨ੍ਹਾਂ ਦੇ ਅਜੇ 1-1 ਸਾਲ ਹੋਏ ਆ, 2-2 ਸਾਲ ਹੋਏ ਆ, ਉਹ ਫਿਰ ਵੀ ਸੋਚ ਸਕਦੇ ਆ। ਸਾਡੀ ਤੇ ਡਿਗਰੀ ਵੀ 5.5 ਸਾਲ ਦੀ ਡਿਗਰੀ ਹੋ ਚੁੱਕੀ ਹੈ, ਪਿੱਛੇ ਰਹਿ ਹੀ ਕੁਛ ਨਹੀਂ ਗਿਆ। ਹੁਣ ਤੇ ਇਹ ਸੀਗਾ ਵੀ ਬਸ ਸਾਡੇ ਇੱਕ ਐਗਜ਼ਾਮ ਹੋਣਾ, ਪੇਪਰ ਹੋਣਾ ਤੇ ਉਹਦੇ ਬਾਅਦ ਡਿਗਰੀ ਮਿਲ ਜਾਣੀ ਹੈ। ਇੰਨਾ ਟਾਈਮ ਲਾਇਆ ਤੇ ਹੁਣ ਫਿਰ ਦੁਬਾਰਾ ਤੋਂ ਸਾਰਾ ਪ੍ਰੋਸੈਸ ਕਿਤੇ ਹੋਰ ਥਾਂ ਤੇ ਸ਼ੁਰੂ ਕਰਨਾ ਉਹ ਵੀ ਪੋਸੀਬਲ ਨਹੀਂ ਗਾ, ਜਿੰਨਾ ਟਾਈਮ ਲੱਗ ਚੁੱਕਿਆ ਤੇ ਉਹਦੇ ਕਰਕੇ। ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਤੁਹਾਡਾ? ਸਰ ਸਾਡਾ ਅਪਰੋਕਸ ਹਰ ਸਾਲ ਦਾ ਕੋਈ 15-16 ਲੱਖ ਖਰਚਾ ਆ ਜਾਂਦਾ ਸੀ, ਤੇ ਫਿਰ 5.5 ਸਾਲ ਹੋ ਚੁੱਕੇ ਆ ਤੇ ਕੋਈ 60-70 ਲੱਖ ਦੇ ਨੇੜੇ ਤੇੜੇ ਖਰਚਾ ਹੋ ਗਿਆ ਹੋਊਗਾ ਆਰਾਮ ਨਾਲ। ਹਾਂਜੀ ਤੇਜਿੰਦਰ ਜੀ, ਹੁਣ ਤਾਂ ਬੇਟੀ ਘਰ ਆ ਗਈ, ਹੁਣ ਤਾਂ ਫਿਰ ਜਾਨ 'ਚ ਜਾਨ ਪਈ ਹੈ ਨਾ ਜੀ? ਹਾਂਜੀ, ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਜੀ। ਹਾਂਜੀ, ਬੇਟੀ ਪਹੁੰਚ ਗਈ ਜੀ ਸਾਡੇ ਕੋਲ। ਹਾਂਜੀ ਹਾਂਜੀ, ਕਿਉਂਕਿ ਪਿਤਾ ਜਾਂ ਮਾਂ-ਬਾਪ ਜਾਣਦੇ ਹੁੰਦੇ ਨੇ ਜਾਂ ਬੱਚੇ ਜਾਣਦੇ ਨੇ, ਕਿਉਂਕਿ ਕਿਸੇ ਦਾ ਮਨ ਵੀ ਨਹੀਂ ਕਰਦਾ ਭੇਜਣ ਨੂੰ।
ਹਾਂਜੀ ਇਹ ਤਾਂ ਹੈ। ਹਾਂਜੀ, ਤੇ ਫਿਰ ਹੁਣ ਜੇ ਤੁਹਾਨੂੰ ਕੋਈ ਆਪਸ਼ਨ ਆਉਂਦੀ ਹੈ ਪੋਲੈਂਡ ਜਾਂ ਕਿਸੇ ਹੋਰ ਮੁਲਕ ਦੇ ਵਿੱਚੋਂ ਵੀ ਤੁਸੀਂ ਇੱਧਰ ਟਰਾਂਸਫਰ ਕਰਾਓ, ਫਿਰ ਕਰਾਓਗੇ ਜੀ ਬੇਟੀ ਦੀ? ਨਹੀਂ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ, ਸਾਡੇ ਜਿੰਨੇ ਬੱਚੇ ਆਏ ਆ ਜਾਂ ਬੇਟੀ ਹੈ ਸਾਡੀ, ਇਹਨਾਂ ਦੇ ਇੱਥੇ ਇੰਡੀਆ 'ਚ ਹੀ ਬਣ ਜੇ ਤਾਂ ਚੰਗੀ ਬਿਹਤਰ ਹੈ ਜੀ। ਹਾਂਜੀ, ਨਹੀਂ ਤਾਂ ਫਿਰ ਮਜਬੂਰੀ ਹੋਏਗੀ, ਹੋਰ ਤਾਂ ਕੀ ਕੀਤਾ ਜਾਏਗਾ। ਅੱਛਾ, ਮੈਂ ਕਿ ਬੇਟੇ ਕੋਈ ਐਦਾਂ ਦੀ ਉੱਥੇ ਤੁਸੀਂ ਮੰਜ਼ਰ ਦੇਖਿਆ ਹੋਵੇ, ਐਦਾਂ ਦੀ ਕੋਈ ਯਾਦ ਹੁੰਦੀ ਹੈ ਤੁਹਾਡੀ ਲਾਸਟ ਦੇ ਵਿੱਚ? ਸਰ ਸਾਡੇ ਜਿਹੜੇ ਅਸੀਂ ਮੈਟਰੋ ਸਟੇਸ਼ਨ ਤੇ ਸੀ, ਉਹਦੇ ਬਿਲਕੁਲ ਪਿੱਛੇ ਸਾਡਾ ਹਸਪੀਟਲ, ਮਤਲਬ ਕਿ ਪੂਰਾ ਕੰਪਲੈਕਸ ਸੀਗਾ ਹਸਪੀਟਲਸ ਵਾਲਾ, ਜਿੱਥੋਂ ਅਸੀਂ ਆਲਮੋਸਟ ਰੋਜ਼ ਵਾਂਗੂ ਟਰੈਵਲ ਕਰਦੇ ਸੀ। ਜਿੱਦਣ ਅਸੀਂ ਆਉਣਾ ਸੀ ਉਦੋਂ ਅਸੀਂ ਬਾਹਰ ਵੇਖ ਰਹੇ ਸੀ, ਉਹ ਸਾਰਾ ਉੱਡ ਚੁੱਕਿਆ ਸੀਗਾ, ਬਿਲਕੁਲ ਹੀ ਤਹਿਸ ਨਹਿਸ ਹੋ ਚੁੱਕਿਆ ਸੀ। ਇੱਕ ਸਾਡਾ ਹੋਰ ਹਸਪੀਟਲ ਸੀ, ਪੀਡੀਆਟ੍ਰਿਕਸ ਹਸਪੀਟਲ, ਉੱਥੇ ਬਿਲਕੁਲ ਛੋਟੇ ਛੋਟੇ ਬੱਚੇ ਵੈਂਟੀਲੇਟਰਸ ਤੇ ਉੱਥੇ ਉਹ ਹਸਪੀਟਲ ਦੇ ਵਿੱਚ ਵੀ ਉਹਨਾਂ ਨੇ ਬਲਾਸਟ ਕੀਤਾ। ਜਦੋਂ ਉਹ ਵੇਖਿਆ ਨਾ, ਉਹ ਵੇਖ ਕੇ ਬਹੁਤ ਹੋਇਆ ਵੀ ਇੱਥੇ ਤੇ ਅਸੀਂ ਰੋਜ਼ ਜਦੋਂ ਆਉਂਦੇ ਸੀ ਕਲਾਸਿਸ ਲੈਣ, ਕਿੰਨੇ ਨਿੱਕੇ ਨਿੱਕੇ ਬੱਚੇ ਵਿਖਾਉਂਦੇ ਸੀ ਵੀ ਉਹਨਾਂ ਦਾ ਕੀ ਬਣਿਆ ਹੋਊਗਾ, ਜਿਹੜੇ ਬੱਚੇ ਉੱਥੇ ਸੀਗੇ। ਉਹ ਹਸਪੀਟਲ 'ਚੋਂ ਵੀ ਨਹੀਂ ਜਾ ਸਕਦੇ ਵੀ ਉਹਨਾਂ ਦੀ ਬਿਮਾਰੀਆਂ ਹੈ। ਉਹ ਐਡਾ ਨਿੱਕਾ ਬੱਚਾ ਤੇ ਖੁਦ ਉਹਨਾਂ ਨੂੰ ਬਿਨਾਂ ਵੈਂਟੀਲੇਸ਼ਨ ਤੋਂ ਚੱਲ ਵੀ ਨਹੀਂ ਸਕਦਾ, ਕੰਮ ਵੀ ਨਹੀਂ ਸਰਨਾ। ਉਹ ਵੇਖ ਕੇ ਬਹੁਤ ਹੁੰਦਾ ਸੀ ਵੀ ਕੀ ਬਣੂਗਾ ਇੱਥੋਂ ਦੇ ਲੋਕਾਂ ਦਾ ਹੁਣ, ਵੀ ਸਾਡੇ ਕੋਲ ਤੇ ਫਿਰ ਵੀ ਉਮੀਦ ਹੈ ਆਪਣੇ ਦੇਸ਼ ਚੱਲ ਜਾਣਗੇ, ਇਹ ਕੀ ਕਰਨਗੇ। ਅੱਛਾ ਬੇਟੇ, ਤੁਸੀਂ 5.5 ਸਾਲ ਵਾਂਗੂ ਦਾ ਸਮਾਂ ਜਿਹੜਾ ਉਹ ਯੂਕਰੇਨ ਦੇ ਵਿੱਚ ਬਿਤਾਇਆ, ਉੱਥੇ ਜਿੱਥੇ ਸਾਡੇ ਇੱਧਰਲੇ ਮੁਲਕ ਦੇ, ਭਾਰਤ ਦੇ ਹੋਣਗੇ, ਪੰਜਾਬ ਦੇ, ਹਰਿਆਣੇ, ਯੂਪੀ ਦੇ, ਹੋਰ ਦੇਸ਼ਾਂ ਦੇ ਵੀ ਬਹੁਤ ਲੋਕ ਉੱਥੇ ਸਟੂਡੈਂਟ ਆਏ ਹੋਣਗੇ, ਤੇ ਖਾਸ ਕਰਕੇ ਗੱਲ ਕਰੀਏ ਆਪਾਂ ਜਿਹੜੇ ਉੱਥੋਂ ਦੇ ਵਸਿੰਦੇ ਸੀ, ਤੇ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਸੀ ਤੁਹਾਡੇ ਨਾਲ? ਕਿੰਨੀ ਕੀ ਜਿਹੜੀ ਉਹਨਾਂ ਨਾਲ ਮਿੱਤਰਤਾ ਸੀ? ਸਰ ਕਈ ਟੀਚਰਸ ਤੇ ਐਵੇਂ ਸੀਗੇ ਕਿ ਬਹੁਤ ਹੀ ਜ਼ਿਆਦਾ ਵਧੀਆ, ਜੇ ਬਿਮਾਰ ਵੀ ਹੋਣੇ ਜਾਂ ਕੁਛ ਵੀ, ਟੀਚਰਸ ਨੇ ਖੁਦ ਕਹਿਣਾ ਵੀ ਸਾਨੂੰ ਕੰਟੈਕਟ ਕਰੋ, ਵੀ ਅਸੀਂ ਤੁਹਾਨੂੰ ਆਪ ਅੱਗੇ ਡਾਕਟਰਸ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੈ, ਕੁਛ ਵੀ ਹੁੰਦਾ ਹੈ। ਜਾਂ ਫਿਰ ਜਿਵੇਂ ਸਾਨੂੰ ਇੰਨੀ ਦੇਰ ਹੋ ਗਈ ਸੀ ਮੈਸ 'ਚ ਜਦੋਂ ਜਾਈਦਾ ਸੀ, ਉਹਨਾਂ ਨੂੰ ਵੀ ਸ਼ਕਲਾਂ ਯਾਦ ਸੀ, ਉਹ ਵੀ ਐਂ ਕਹਿੰਦੇ ਸੀ ਹਾਂ ਸਾਨੂੰ ਪਤਾ ਤੁਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ, ਅੱਗੋਂ ਪੂਰਾ ਹੱਸ ਕੇ ਬੁਲਾਉਂਦੇ ਸੀ। ਸਾਡੀ ਆਪਣੀ ਫਲੈਟ ਓਨਰਸ, ਉਹਨਾਂ ਨੇ ਜਦੋਂ ਵੀ ਆਉਣਾ ਕਦੇ ਸਮਾਨ ਦੇ ਜਾਣਾ, ਕਦੇ ਅਸੀਂ ਉਹਨਾਂ ਨੂੰ ਕੁਛ ਦੇ ਦੇਣਾ ਖਾਣ ਨੂੰ, ਤੇ ਉਹ ਜਿਵੇਂ ਇੱਕ ਹੈਪੀ ਮੈਮਰੀਜ਼ ਹੁੰਦੀ ਹੈ। ਤੇ ਹੁਣ ਹਮੇਸ਼ਾ ਉਹੀ ਯਾਦ ਆਉਂਦਾ ਕਿ ਉਹ ਲੋਕਾਂ ਨਾਲ ਕੀ ਬਣ ਰਹੀ ਹੋਣੀ ਹੈ, ਜਦੋਂ ਵੀ ਸੋਚੋ ਤੇ ਉਹਨਾਂ ਦੀ ਸ਼ਕਲਾਂ ਯਾਦ ਆਉਂਦੀਆਂ ਵੀ ਇੰਨੇ ਚੰਗੇ ਸੀਗੇ, ਹੁਣ ਉਹਨਾਂ ਨਾਲ ਕੀ ਹੋ ਰਿਹਾ ਹੋਣਾ ਹੈ। ਕਈ ਬੁੱਢੇ ਵੀ ਹੈ, ਵੀ ਕਿਵੇਂ ਛੱਡ ਕੇ ਜਾਣਗੇ, ਕੀ ਬਣੂਗਾ ਉਹਨਾਂ ਦਾ, ਉਹੀ ਸਾਰਾ ਕੁਝ ਦਿਮਾਗ 'ਚ ਆਉਂਦਾ ਰਹਿੰਦਾ ਹੈ। ਜਿਸ ਦਿਨ ਅਸੀਂ ਤੁਰਨਾ ਸੀਗਾ ਉਸ ਦਿਨ ਵੀ ਮੈਟਰੋ 'ਚ ਜਿਹੜੇ ਲੋਕੀ ਸੀ ਉਹ ਸਾਨੂੰ ਬੈਸਟ ਵਿਸ਼ੇਸ ਪ੍ਰੇ ਕਰ ਰਹੇ ਸੀ ਕਿ ਤੁਹਾਡੀ ਯਾਤਰਾ ਸਫਲ ਰਹੇ, ਕਿ ਗੋਡ ਬਲੈਸ ਯੂ, ਤੁਸੀਂ ਆਪਣਾ ਆਰਾਮ ਨਾਲ ਪਹੁੰਚੋ, ਰਾਹ 'ਚ ਤੁਹਾਨੂੰ ਕੁਝ ਹੋਵੇ ਨਾ, ਸਹੀ ਸਲਾਮਤ ਪਹੁੰਚ ਜਾਓ। ਤੇ ਮੈਟਰੋ 'ਚ ਕਈਆਂ ਦੇ ਨਿੱਕੇ ਨਿੱਕੇ ਬੱਚੇ ਹੈ, ਕਈ ਪ੍ਰੈਗਨੈਂਟ ਜਨਾਨੀਆਂ ਸੀਗੀਆਂ, ਉਹਨਾਂ ਨੂੰ ਵੇਖ ਕੇ ਹੁੰਦਾ ਸੀ ਵੀ ਇਹਨਾਂ ਦਾ ਬਣੂਗਾ ਕੀ। ਕਈ ਉੱਥੇ ਜਦੋਂ ਸਾਨੂੰ ਵਾਰਨ ਕਰਦੇ ਸੀ ਵੀ ਹੁਣ ਸਾਰੇ ਜਣੇ ਇਕੱਠੇ ਹੋ ਜਾਓ, ਆਪਣੇ ਉੱਤੇ ਏਅਰ ਸਟ੍ਰਾਈਕਸ ਹੋ ਰਹੀਆਂ, ਤੇ ਕਈ ਆਂਟੀਆਂ ਰੋਣ ਹੀ ਲੱਗ ਜਾਂਦੀਆਂ ਸੀ ਕਿਉਂਕਿ ਉਹ ਇਕੱਲੀਆਂ ਸੀ, ਉਹਨਾਂ ਦੇ ਸਾਰੀ ਫੈਮਲੀਜ਼ ਲੜਨ ਗਈਆਂ ਹੋਈਆਂ ਸੀ। ਤੇ ਕਈ ਆਪਣੀ ਬਾਈਬਲ ਪੜ੍ਹਨ ਲੱਗ ਜਾਂਦੇ ਸੀ ਵੀ ਕੁਝ ਹੋਵੇ ਨਾ ਜਿਹੜੇ ਉਹਨਾਂ ਦੇ ਲੋਕੀ ਲੜਨ ਗਏ ਹੋਏ ਹੈ। ਸੋ ਥੈਂਕ ਯੂ ਵੀਰ ਤੁਹਾਡਾ। ਕੋਈ ਗੱਲ ਨਹੀਂ ਸਰ। ਦੋਸਤੋ, ਇਹ ਜਾਂ ਤਾਂ ਉਹ ਮਾਪੇ ਸਮਝਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਇੰਨਾ ਖਰਚਾ ਕਰਕੇ, ਤੇ ਜਾਂ ਉਹ ਬੱਚੇ ਜਾਣਦੇ ਨੇ ਜਦੋਂ ਬਾਹਰ ਆਪਣੇ ਪਰਿਵਾਰ ਤੋਂ ਬਿਨਾਂ ਇਕੱਲਿਆਂ ਨੂੰ ਰਹਿਣਾ ਹੁੰਦਾ, ਤੇ ਜਦੋਂ ਕੁਦਰਤੀ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਹੈ, ਲੜਾਈ ਵਾਲਾ ਮਾਹੌਲ ਬਣ ਜਾਂਦਾ, ਤੇ ਉਹ ਤਾਂ ਫਿਰ ਉਹ ਬੱਚੇ ਤੇ ਉਹ ਮਾਪੇ ਹੀ ਜਾਣਦੇ ਨੇ। ਆਪਣੇ ਮਹਿਕ ਬੇਟੀ ਨੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਕਿ ਕਿੱਦਾਂ ਦੇ ਹਾਲਾਤ ਸੀ, ਕਿੱਦਾਂ ਉਹਨਾਂ ਨੇ ਜਾਨ ਬਚਾਈ ਆਪਣੀ, ਤੇ ਕਿਸ ਤਰ੍ਹਾਂ ਭਾਰਤ ਪਹੁੰਚੇ ਨੇ। ਸੋ ਅਗਲੀ ਵਾਰੀ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ।